ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ੍ਹ ਜਾਇ। ਅੰਧ ਲਖੈ ਬਦਰੁ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੂ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੂ। ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਬਾਣੀ ਭਗਤ ਭੀਖਨ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨੈਨਹੁ ਨੀਰ ਬਹਿ ਤਨ ਖੀਨਾ ਭਏ ਕੇਸ ਦੁਧਵਾਨੀ। ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰਹਿ ਪ੍ਰਾਨੀ। ਨੈਨਹੁ ਨੀਰ ਬਹਿ ਤਨ ਖੀਨਾ ਭਏ ਕੇਸ ਦੁਧਵਾਨੀ। ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰਹਿ ਪ੍ਰਾਨੀ। ਰਾਮ ਰਾਇ ਹੋਹਿ ਬੈਦ ਬਨਵਾਰੀ ਆਪਣੇ ਸੰਤਹਿ ਲੇਹੁ ਉਬਾਰੀ। ਰਹਾਉ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇਜੇ ਮਾਹੀ। ਐਸੀ ਬੇਦਨ ਉਪਜ ਖਰੀ ਭਈ ਵਾ ਕਾ ਔਖਦ ਨਾਹੀ। ਹਰਿ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ। ਗੁਰ ਪ੍ਰਸਾਦ ਕਹਿ ਜਨ ਭੀਖਨ ਪਾਵੋ ਮੋਖ ਦੁਆਰਾ। ਰਾਗ ਸੋਰਠ ਬਾਣੀ ਭਗਤ ਭੀਖਨ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨੈਨਹੁ ਨੀਰ ਬਹਿ ਤਨ ਖੀਨਾ ਭਏ ਕੇਸ ਦੁਧਵਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਸੁੰਦਰ ਪ੍ਰਕਾਸ਼ ਦੀ ਸੇਵਾ ਹੋਈ ਹੈ। ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ। ਉਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਉਸ ਦੇ ਵਿੱਚੋਂ ਆਪਾਂ ਸ਼ਬਦਾਂ ਨੂੰ ਸਰਵਣ ਕੀਤਾ ਹੈ। ਸੋਰਠ ਰਾਗ ਦੇ ਅੰਦਰ ਭਗਤ ਬਾਣੀ ਦੇ ਅੰਦਰ ਜਿਸ ਪ੍ਰਕਾਰ ਕੱਲ੍ਹ ਭਗਤ ਰਵਿਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਸੰਪੂਰਨ ਹੋਏ ਸਨ, ਅੱਗੇ ਹੁਣ ਭਗਤ ਭੀਖਣ ਜੀ ਦੇ ਦੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸੋਰਠ ਰਾਗ ਦੇ ਅੰਦਰ ਦੋ ਹੀ ਸ਼ਬਦ ਦਰਜ ਹਨ। ਸਤਿਗੁਰਾਂ ਨੇ ਜਿੰਨੇ ਵੀ ਭਗਤ ਹੋਏ, ਜਿਨ੍ਹਾਂ ਨੇ ਪ੍ਰਮਾਤਮਾ ਦੀ ਪਰਮੇਸ਼ਰ ਦੀ ਪ੍ਰਾਪਤੀ ਕੀਤੀ, ਚਾਹੇ ਉਹਨਾਂ ਦਾ ਇੱਕ ਸ਼ਬਦ ਮਿਲਿਆ ਚਾਹੇ ਦੋ ਮਿਲੇ, ਉਹ ਵੀ ਦਰਜ ਕੀਤੇ। ਜਿਸ ਪ੍ਰਕਾਰ ਭਗਤ ਸੂਰਦਾਸ ਜੀ ਦੀ ਇੱਕੋ ਹੀ ਤੁਕ ਆਉਂਦੀ ਹੈ, ਭਗਤ ਸੂਰਦਾਸ ਜੀ ਦੀ ਵੀ ਬਾਣੀ ਦਰਜ ਹੈ, ਪਰ ਇੱਕ ਪੰਗਤੀ ਇੱਕੋ ਤੁਕ, ਛਾੜ ਰੇ ਮਨ ਹਰ ਵਿਮੁਖਣ ਕੋ ਸੰਗ, ਬਸ ਇੰਨੀ ਹੈ। ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਗਤ ਸੂਰਦਾਸ ਜੀ ਦੇ ਇੱਕ ਬਚਨ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਕੀਤਾ। ਸੋ ਇਸੇ ਪ੍ਰਕਾਰ ਹੀ ਭਗਤ ਭੀਖਣ ਜੀ ਦੇ ਦੋ ਸ਼ਬਦ ਸੋਰਠ ਰਾਗ ਦੇ ਅੰਦਰ ਦਰਜ ਹਨ। ਇਹਨਾਂ ਦਾ ਜੀਵਨ ਸੰਖੇਪ ਰੂਪ ਦੇ ਅੰਦਰ ਦੱਸਿਆ ਜਾਂਦਾ ਹੈ ਕਿ ਇਹ ਮੁਸਲਮਾਨੀ ਘਰਾਣੇ ਦੇ ਵਿੱਚੋਂ ਇਹਨਾਂ ਦਾ ਜਨਮ ਸੀ ਔਰ ਇਹ ਬੜੇ ਪੜ੍ਹੇ ਲਿਖੇ ਵਿਦਵਾਨ ਅਤੇ ਧਾਰਮਿਕ ਵਿੱਦਿਆ ਨੂੰ ਪੜ੍ਹਨ ਵਾਲੇ ਸਨ। ਫਿਰ ਇਹਨਾਂ ਦੀ ਕਿਸੇ ਅੱਲਾ ਦੇ ਬਖਸ਼ੇ ਹੋਏ ਦੁਆਰਾ ਸੰਗਤ ਪ੍ਰਾਪਤ ਹੋਈ। ਫਿਰ ਇਹ ਪਰਮੇਸ਼ਰ ਦੀ ਭਗਤੀ ਵੱਲ ਜੁੜੇ ਅਤੇ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ। ਇਹ ਇਲਾਕਾ ਇਹਨਾਂ ਦਾ ਲਖਨਊ ਦੇ ਵੱਲ ਪਿੰਡ ਕਕੋਰੀ ਦੱਸਿਆ ਜਾਂਦਾ ਵੀ ਉੱਧਰ ਦੇ ਰਹਿਣ ਵਾਲੇ ਸਨ। ਅਤੇ 1632 ਬਿਕਰਮੀ ਦੇ ਵਿੱਚ ਇਹਨਾਂ ਦਾ ਜੋਤੀ ਜੋਤ ਸਮਾਉਣਾ ਜਾਂ ਪੰਜ ਭੌਤਿਕ ਸਰੀਰ ਦਾ ਤਿਆਗਣਾ ਜਿਹੜਾ ਉਹ ਦੱਸਿਆ ਜਾਂਦਾ ਹੈ। ਸੋ ਇਸ ਪ੍ਰਕਾਰ ਭਗਤ ਭੀਖਣ ਜੀ ਇਸ ਪਾਵਨ ਪਵਿੱਤਰ ਸ਼ਬਦਾਂ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਸ ਪਾਵਨ ਸ਼ਬਦ ਦੇ ਅੰਦਰ ਭਗਤ ਜੀ ਨੇ ਬਿਰਧ ਅਵਸਥਾ ਦਾ ਜ਼ਿਕਰ ਕੀਤਾ ਹੈ। ਜਿਹੜੀ ਬੁਢੇਪੇ ਦੀ ਬਿਮਾਰੀ ਹੈ ਉਹਦੇ ਵਿੱਚ ਜੋ ਜੀਵ ਦੇ ਨਾਲ ਹਾਲਤ ਸਰੀਰ ਦੀ ਹੁੰਦੀ ਹੈ,
ਉਹਨੂੰ ਮੁੱਖ ਰੱਖਦਿਆਂ ਹੋਇਆਂ ਭਗਤ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ, ਜਿਸ ਦੇ ਅੰਦਰ ਭਗਤ ਜੀ ਬਚਨ ਕਰਦੇ ਹਨ। ਰਾਮ ਰਾਏ ਹੋਏ ਬੈਦ ਬਨਵਾਰੀ, ਆਪਣੇ ਸੰਤਹ ਲੇਹੋ ਉਵਾਰੀ। ਭਗਤ ਜੀ ਕਹਿੰਦੇ ਹਨ ਕਿ ਹੇ ਰਾਮ ਰਾਜਾ ਰੂਪ ਪਰਮੇਸ਼ਰ ਵਾਹਿਗੁਰੂ, ਤੂੰ ਇਹ ਸੰਸਾਰ ਬਾਗ ਦਾ ਮਾਲੀ ਹੈ ਤੇ ਤੂੰ ਅਸਲੀ ਵੈਦ ਹੈ। ਇਸ ਕਰਕੇ ਤੂੰ ਆਪਣੇ ਸੰਤਾਂ ਨੂੰ ਭਗਤਾਂ ਨੂੰ ਹੁਣ ਉਬਾਰ ਲੈ, ਭਾਵ ਕਿ ਸੰਸਾਰ ਤੋਂ ਇਹਦੇ ਦੁੱਖਾਂ ਤੋਂ ਬਚਾ ਲੈ। ਤਾਂ ਭਗਤ ਜੀ ਇਸ ਪਾਵਨ ਸ਼ਬਦ ਰਾਹੀਂ ਬਿਰਧ ਅਵਸਥਾ ਦਾ ਜ਼ਿਕਰ ਕਰਦੇ ਆ, ਸਿੱਖਿਆ ਬਖਸ਼ਦੇ ਆ ਜੀਵ ਕਿ ਜਦੋਂ ਉਹ ਅਵਸਥਾ ਆ ਗਈ ਫਿਰ ਤੇਰੇ ਪਾਸੋਂ ਕੁਝ ਨਹੀਂ ਹੋਣਾ। ਹੁਣ ਤੇਰੇ ਕੋਲ ਸਰੀਰ ਤੇਰਾ ਸਹੀ ਹੈ, ਤੰਦਰੁਸਤ ਹੈ, ਹੁਣ ਪਰਮੇਸ਼ਰ ਦੀ ਭਗਤੀ ਕਰ ਲੈ। ਅਤੇ ਜਦੋਂ ਬੁਢੇਪਾ ਆ ਗਿਆ, ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਬਚਨ ਲਿਖੇ ਹਨ ਕਿ ਰੱਬ ਦਾ ਨਾਂ ਪਰਮੇਸ਼ਰ ਦੀ ਭਗਤੀ ਕਦੋਂ ਕਰੇ ਜੀਵ। ਤਾਂ ਭਗਤ ਜੀ ਦੇ ਬਚਨ ਹਨ, ਜਬ ਲਗ ਜਰਾ ਰੋਗ ਨਹੀਂ ਆਇਆ। ਜਰਾ ਨਾਮ ਬੁਢੇਪੇ ਦਾ ਹੈ ਕਿ ਜਿੰਨਾ ਚਿਰ ਬੁਢੇਪੇ ਦਾ ਰੋਗ ਨਹੀਂ ਆਇਆ। ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ। ਹੇ ਜੀਵ, ਤੂੰ ਉਸ ਪਰਮੇਸ਼ਰ ਦੇ ਨਾਮ ਦਾ ਚਿੰਤਨ ਕਰ ਲੈ। ਜੇ ਉਹ ਬੁਢੇਪੇ ਨੇ ਆ ਕੇ ਤੈਨੂੰ ਘੇਰ ਲਿਆ, ਸਰੀਰ ਤੇਰਾ ਜਿਹੜਾ ਸਾਥ ਛੱਡ ਗਿਆ, ਫਿਰ ਤੂੰ ਆਖੇ ਵੀ ਭਗਤੀ ਹੋ ਜਾਏ ਹੁਣ, ਫਿਰ ਔਖਾ ਕੰਮ ਹੈ। ਜਿਸ ਪ੍ਰਕਾਰ ਭਰਥਰੀ ਹਰੀ ਜੀ ਨੇ ਬਚਨ ਲਿਖੇ ਹਨ ਰਾਗ ਸ਼ਤਕ ਦੇ ਅੰਦਰ ਕਿ ਜਰਾ ਉਪਾਏ ਨਾ ਹੋ ਸਕੈ, ਆਏ ਜਰਾ ਕੇ ਮਾਹੇ, ਜਗਤ ਜਲਦ ਕੇ ਤਰਨ ਕੋ ਤਰਨ ਅਵਸਥਾ ਆਹੇ। ਕਹਿੰਦੇ ਜਦੋਂ ਜਰਾ ਆ ਗਈ, ਬੁਢੇਪਾ ਆ ਗਿਆ, ਫਿਰ ਜਰਾ ਜਿੰਨਾ ਵੀ ਉਪਾਅ ਨਹੀਂ ਹੁੰਦਾ। ਇਸ ਕਰਕੇ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਜਿਹੜੀ ਤਰਨ ਅਵਸਥਾ ਹੈ, ਤਰਨ ਭਾਵ ਜਵਾਨੀ ਦੀ ਅਵਸਥਾ ਹੈ, ਇਹਦੇ ਵਿੱਚ ਹੀ ਜੀਵ ਲੱਗ ਪਏ ਸ਼ੁਰੂ ਤੋਂ ਹੀ, ਅਤੇ ਫਿਰ ਕਿਤੇ ਜਾ ਕੇ ਕੁਝ ਨਾ ਕੁਝ ਪ੍ਰਾਪਤੀ ਹੋ ਜਾਂਦੀ ਹੈ। ਸੋ ਭਗਤ ਭੀਖਨ ਸਾਹਿਬ ਜੀ ਇਸ ਪਾਵਨ ਪਵਿੱਤਰ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ ਹਨ। ਰਾਗ ਸੋਰਠ ਬਾਣੀ ਭਗਤ ਭੀਖਨ ਕੀ। ਸੋਰਠ ਰਾਗ ਦਾ ਨਾਮ ਹੈ, ਭਗਤ ਭੀਖਨ ਨਾਮ ਹੈ ਭਗਤ ਜੀ ਦਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੰਗਲ ਕਰਦੇ ਹਨ ਕਿ ਪ੍ਰਮਾਤਮਾ ਇੱਕ ਹੈ, ਅਦਵੈਤ ਹੈ, ਉਦੁੱਤੀ ਹੈ, ਜਿਸ ਵਰਗਾ ਦੂਜਾ ਨਹੀਂ ਹੈ ਕੋਈ। ਇਸੇ ਪ੍ਰਕਾਰ ਓਅੰਕਾਰ ਸਭ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਹੁਣ ਸ਼ਬਦ ਆਰੰਭ ਕਰਦੇ ਹਨ। ਵਾਹਿਗੁਰੂ ਨੈਨਹੁ ਨੀਰ ਬਹਿ ਤਨ ਖੀਨਾ। ਭਗਤ ਭੀਖਨ ਜੀ ਬਚਨ ਕਰਦੇ ਹਨ, ਬਿਰਧ ਅਵਸਥਾ ਦਾ ਜ਼ਿਕਰ ਕਰਦੇ ਹਨ। ਨੈਨਹੁ ਨੀਰ ਬਹਿ ਤਨ ਖੀਨਾ, ਕਿ ਜਦੋਂ ਬੁਢੇਪਾ ਆਉਂਦਾ ਹੈ ਫਿਰ ਜਿਹੜੇ ਨੇਤਰ ਹਨ, ਅੱਖਾਂ ਹਨ, ਉਹਨਾਂ ਦੇ ਵਿੱਚੋਂ ਨੀਰ ਜਿਹੜਾ ਪਾਣੀ ਹੈ ਉਹ ਆਪਣੇ ਆਪ ਹੀ ਚੱਲਦਾ ਰਹਿੰਦਾ, ਵਹਿੰਦਾ ਰਹਿੰਦਾ ਹੈ। ਨੇਤਰਾਂ ਵਿੱਚੋਂ ਜਲ ਆਉਂਦਾ ਰਹਿੰਦਾ ਹੈ। ਬਹਿ ਤਨ ਖੀਨਾ, ਤਨ ਜਿਹੜਾ ਸਰੀਰ ਹੈ ਉਹ ਖੀਨਾ ਕੀ ਇਹ ਖੀਨ ਹੋ ਜਾਂਦਾ, ਕਮਜ਼ੋਰ ਹੋ ਜਾਂਦਾ। ਹੱਥਾਂ ਦੇ ਵਿੱਚ ਉਹ ਤਾਕਤ ਨਹੀਂ ਰਹਿੰਦੀ ਕਿ ਕਿਸੇ ਚੀਜ਼ ਨੂੰ ਫੜ ਸਕਣ। ਪਕੜ ਸ਼ਕਤੀ ਹੱਥਾਂ ਦੀ ਜਿਹੜੀ ਇਹ ਵੀ ਘਟ ਜਾਂਦੀ ਹੈ। ਭਏ ਕੇਸ ਦੁੱਧਵਾਨੀ। ਭਗਤ ਜੀ ਕਹਿੰਦੇ ਜਿਹੜੇ ਕੇਸ ਹਨ ਉਹ ਦੁੱਧਵਾਨੀ, ਦੁੱਧ ਰੰਗੇ, ਭਾਵ ਜਿਵੇਂ ਦੁੱਧ ਚਿੱਟਾ ਹੁੰਦਾ ਨਾ, ਇੱਦਾਂ ਚਿੱਟੇ ਹੋ ਜਾਂਦੇ ਹੈ। ਭਵਰ ਗਏ ਬੱਗ ਬੈਠੇ ਆਏ, ਜਿਹੜੇ ਭੌਰਿਆਂ ਦੀ ਨਿਆਈ ਕਾਲੇ ਕੇਸ ਸੀ ਉਹ ਉੱਡ ਗਏ, ਹੁਣ ਤੇ ਬਗਲੇ ਆ ਕੇ ਬਹਿ ਗਏ ਆ। ਇਸੇ ਪ੍ਰਕਾਰ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਆਉਂਦੇ ਹਨ। ਨਾਵੈ ਧੌਲੇ ਉੱਭੇ ਸਾਹ, ਦਸਵੈਂ ਦੱਦਾ ਹੋਆ ਸੁਆਹ, ਗਏ ਸੇ ਗੀਤ ਪੁਕਾਰੀ ਧਾ। ਕਿ ਸਰੀਰ ਦੀ ਨੌਵੀਂ ਅਵਸਥਾ ਬਣਦੀ ਹੈ। ਇਹ ਸਰੀਰ ਦੀਆਂ ਅਵਸਥਾਵਾਂ ਬਣਦੀਆਂ ਹਨ। ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ,
ਪੰਜਵੈ ਖਾਨ ਪੀਨ ਕੀ ਦਾਤ, ਛੇਵੈ ਕਾਮ ਨ ਪੁੱਛੈ ਜਾਤ, ਸਤਵੈ ਸੰਝ ਕੀਆ ਘਰ ਵਾਸ, ਅਠਵੈ ਕ੍ਰੋਧ ਹੋਆ ਤਨ ਨਾਸ, ਨਾਵੈ ਧੌਲੇ ਉੱਭੇ ਸਾਹ। ਕਿ ਜਦੋਂ ਨੌਵੀਂ ਅਵਸਥਾ ਆਉਂਦੀ ਹੈ ਸਰੀਰ ਦੀ, ਕੇਸ ਧੌਲੇ ਆ ਜਾਂਦੇ, ਚਿੱਟੇ ਹੋ ਜਾਂਦੇ, ਸਾਹ ਜਿਹੜੇ ਹੈ ਉਹ ਲੰਮੇ ਹੋਣ ਲੱਗ ਜਾਂਦੇ। ਫਿਰ ਦਸਵੇਂ ਦੱਦਾ ਹੋਆ ਸੁਆਹ, ਦਸਵੀਂ ਅਵਸਥਾ ਕੀ ਹੈ ਵੀ ਸਰੀਰ ਜਿਹੜਾ ਉਹ ਸੁਆਹ ਬਣ ਜਾਂਦਾ, ਭਾਵ ਕਿ ਚੜ੍ਹਾਈ ਕਰ ਜਾਂਦਾ। ਭਗਤ ਭੀਖਣ ਜੀ ਕਹਿੰਦੇ ਹਨ ਭਏ ਕੇਸ ਦੁੱਧ ਵਰਨੀ। ਹੁਣ ਜਿਹੜੇ ਕੇਸ ਹਨ ਉਹ ਵੀ ਦੁੱਧ ਦੀ ਨਿਆਈ ਚਿੱਟੇ ਹੋ ਗਏ ਹਨ। ਰੁਦਾ ਕੰਠ ਸ਼ਬਦ ਨਹੀਂ ਉਚਰੈ, ਜਿਸ ਕੰਠ ਦੇ ਨਾਲ ਬੜੀ ਉੱਚੀ ਉੱਚੀ ਆਵਾਜ਼ਾਂ ਮਾਰਦਾ ਸੀ, ਬੜੀ ਉੱਚੀ ਉੱਚੀ ਸੱਦਦਾ ਸੀ ਲੋਕਾਂ ਨੂੰ, ਬੋਲਦਾ ਸੀ, ਰੁਦਾ ਕੰਠ, ਉਹ ਜਿਹੜਾ ਕੰਠ ਸੀ ਹੁਣ ਰੁਕ ਗਿਆ। ਸ਼ਬਦ ਨਹੀਂ ਉਚਰਿਆ, ਉਹਦੇ ਵਿੱਚੋਂ ਹੁਣ ਕੋਈ ਸ਼ਬਦ ਨਹੀਂ ਨਿਕਲਦਾ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ ਕਿ ਜਦੋਂ ਇਹ ਅਵਸਥਾ ਆਉਂਦੀ ਹੈ ਸਪਤ ਪਾਤਾਲ ਕੀ ਬਾਣੀ, ਜਿਵੇਂ ਕਹਿੰਦੇ ਕਿ ਸਤਵੇਂ ਪਤਾਲ 'ਚ ਬਹਿ ਕੇ ਬੋਲਦਾ ਨਾ, ਇੰਨੀ ਕੁ ਆਵਾਜ਼ ਨਿਕਲਦੀ ਹੈ। ਅਤੇ ਜਵਾਨੀ ਵੇਲੇ ਉਹੀ ਕੰਠ ਹੈ, ਉਹੀ ਸਰੀਰ ਹੈ, ਕਿੰਨੀ ਆਵਾਜ਼ ਹੈ, ਕਿੰਨਾ ਉੱਚੀ ਬੋਲਦਾ, ਬੜੀ ਉੱਚੀ ਉੱਚੀ ਬੋਲ ਬੋਲ ਕੇ। ਪਰ ਜਦੋਂ ਇਹ ਅਵਸਥਾ ਆਉਂਦੀ ਹੈ ਫਿਰ ਰੁੱਧਾ ਕੰਠ, ਗਲ ਜਿਹੜਾ ਉਹ ਵੀ ਰੁਕ ਜਾਂਦਾ, ਸ਼ਬਦ ਨਹੀਂ ਉਚਰੈ। ਸ਼ਬਦ ਬੋਲਦਾ ਹੋਰ ਹੈ, ਸੁਣਦਾ ਬਾਹਰ ਕੁਝ ਹੋਰ ਹੈ, ਅੰਦਰੋਂ ਕੁਝ ਹੋਰ ਬੋਲਦਾ। ਜਿਹੜੇ ਕੋਈ ਸੁਣਨ ਵਾਲੇ ਉਹ ਕਹਿੰਦੇ ਆ ਸਮਝ ਨਹੀਂ ਆਉਂਦੀ ਬਾਪੂ ਦੀ ਕੀ ਕਹਿੰਦਾ ਹੈ। ਤਾਂ ਭਗਤ ਜੀ ਕਹਿੰਦੇ ਆ ਗਲ ਰੁਕ ਜਾਂਦਾ ਹੈ, ਸ਼ਬਦ ਜਿਹੜਾ ਉਹ ਕੋਈ ਸਹੀ ਨਹੀਂ ਨਿਕਲਦਾ। ਅਬ ਕਿਆ ਕਰਹਿ ਪ੍ਰਾਨੀ, ਭਗਤ ਜੀ ਕਹਿੰਦੇ ਅਬ ਹੁਣ ਇਸ ਅਵਸਥਾ ਦੇ ਵਿੱਚ ਹੇ ਪ੍ਰਾਣੀ, ਹੇ ਜੀਵ, ਤੂੰ ਕੀ ਕਰੇਂਗਾ। ਜਵਾਨੀ ਵੇਲੇ ਤੇ ਕਹਿੰਦਾ ਸੀ ਵੀ ਆਹ ਕੰਮ ਕਰਨ ਵਾਲੇ ਐ, ਆਹ ਹੋ ਸਕਦਾ, ਮੈਂ ਐਂ ਕਰ ਸਕਦਾ, ਸਰੀਰ 'ਤੇ ਮਾਣ ਸੀ, ਸਰੀਰ ਦੇ ਬਲ 'ਤੇ ਮਾਣ ਸੀ। ਅਬ ਕਿਆ ਕਰਹਿ ਪ੍ਰਾਨੀ, ਹੁਣ ਕੀ ਕਰ ਸਕਦਾ ਹੈ, ਹੁਣ ਤੇਰੇ ਹੱਥ ਦੇ ਵਿੱਚ ਕੀ ਹੈ। ਰਾਮ ਰਾਏ ਹੋਹਿ ਬੈਦ ਬਨਵਾਰੀ, ਹੁਣ ਤਾਂ ਭਗਤ ਜੀ ਕਹਿੰਦੇ ਉਹ ਰਾਮ ਰਾਏ, ਜੋ ਰਾਮ ਰਾਜਾ ਰੂਪ ਪਰਾਏ ਤੋਂ ਭਾਵ ਹੈ ਰਾਜਾ, ਜਿਹੜਾ ਉਹ ਰਾਜਾ ਰੂਪ ਪਰਮੇਸ਼ਰ ਵਾਹਿਗੁਰੂ ਹੈ, ਉਹੀ ਵੈਦ ਬਣ ਕੇ, ਜੋ ਇਹ ਬਨਵਾਰੀ, ਇਹ ਸੰਸਾਰ ਬਾਗ ਦਾ ਮਾਲੀ ਹੈ, ਜਿਹੜਾ ਇਹ ਸਾਰੇ ਸੰਸਾਰ ਦਾ ਮਾਲਕ ਪਰਮੇਸ਼ਰ ਵਾਹਿਗੁਰੂ ਹੈ, ਉਹੀ ਵੈਦ ਬਣ ਕੇ ਬੌੜ ਆਵੇ ਮਿਲ ਪਵੇ। ਆਪਣੇ ਸੰਤਹਿ ਲੇਹੋ ਉਬਾਰੀ, ਤੇ ਹੇ ਪਰਮੇਸ਼ਰ ਵਾਹਿਗੁਰੂ, ਭਗਤ ਭੀਖਣ ਜੀ ਕਹਿੰਦੇ ਤੂੰ ਹੀ ਹੁਣ ਆਪਣੇ ਸੰਤਾਂ ਨੂੰ, ਭਗਤਾਂ ਨੂੰ ਉਬਾਰ ਸਕਦਾ ਹੈ। ਇਸ ਬਿਰਧ ਅਵਸਥਾ ਦੇ ਦੁੱਖ ਦੇ ਵਿੱਚੋਂ ਤੂੰ ਹੀ ਛੁਡਾ ਸਕਦਾ ਹੈ। ਰਹਾਉ ਮਾਥੇ ਪੀਰ ਸਰੀਰ ਜਲਨ ਹੈ, ਹੋਰ ਅਵਸਥਾ ਦਾ ਜ਼ਿਕਰ ਕਰਦੇ ਆ ਬਿਰਧ ਅਵਸਥਾ ਦਾ। ਮਾਥੈ ਪੀਰ, ਬੁਢੇਪੇ ਦੀ ਉਮਰ ਦੇ ਵਿੱਚ ਜਿਹੜੀ ਕਫ ਹੈ, ਬਲਗਮ ਹੈ, ਉਹ ਅੰਦਰ ਜੰਮਣ ਲੱਗ ਜਾਂਦੀ ਹੈ, ਜਿਹਦੇ ਕਰਕੇ ਸਰੀਰ ਦੇ ਵਿੱਚ ਅਤੇ ਸਿਰ ਦੇ ਵਿੱਚ ਜਿਹੜੀਆਂ ਪੀੜਾਂ ਹਨ ਉਹ ਪੈਂਦੀਆਂ ਰਹਿੰਦੀਆਂ, ਸਿਰ ਨਹੀਂ ਹਟਦਾ। ਮਾਥੈ ਪੀਰ ਸਰੀਰ ਜਲਨ, ਸਰੀਰ ਜਿਹੜਾ ਉਹ ਵੀ ਜਲਦਾ ਰਹਿੰਦਾ, ਭਾਵ ਕਿ ਸੜਦਾ ਰਹਿੰਦਾ। ਇਹਦੇ ਵਿੱਚੋਂ ਉਹ ਤਪਸ਼ਾਂ, ਉਹ ਚੋਭਾਂ, ਸਾਰੀ ਜ਼ਿੰਦਗੀ ਦੀ ਜਿਹੜੀ ਕੋਈ ਘਾਲਣਾ ਕੀਤੀ, ਝੱਲਿਆ ਸਰੀਰ ਦੇ ਉੱਤੇ, ਉਹ ਅਖੀਰਲੇ ਸਮੇਂ ਫਿਰ ਉਹਦਾ ਦੁੱਖ ਜਿਹੜਾ ਉਹ ਝੱਲਣਾ ਪੈਂਦਾ। ਇਸ ਕਰਕੇ ਭਗਤ ਭੀਖਣ ਜੀ ਕਹਿੰਦੇ ਮਾਥੇ ਪੀਰ ਸਰੀਰ ਜਲਨ ਹੈ, ਸਰੀਰ ਦੇ ਵਿੱਚ ਉਹ ਜਲਨ ਹੁੰਦੀ ਹੈ, ਮੱਥੇ ਦੇ ਵਿੱਚ ਪੀੜਾਂ ਨਿਕਲਦੀਆਂ ਹਨ। ਕਰਕ ਕਰੇਜੇ ਮਾਹੀ, ਤੇ ਕਾਲਜੇ ਦੇ ਵਿੱਚ ਜਿਹੜੀ ਕਰਕ ਹੈ, ਬੜੀ ਤੇਜ਼ ਜਿਹੜੀ ਪੀੜ ਹੈ, ਜਿਵੇਂ ਚੋਭਾਂ ਪੈਂਦੀਆਂ, ਇੱਦਾਂ ਬੜੀ ਡੂੰਘੀ ਪੀੜ ਜਿਹੜੀ ਹੈ ਉਹ ਕਾਲਜੇ ਦੇ ਵਿੱਚ ਪੈਂਦੀ ਹੈ। ਜਿੱਥੇ ਇਹ ਸਰੀਰ ਦੀ ਹਾਲਤ ਦੱਸ ਰਹੇ ਆ ਭਗਤ ਜੀ, ਉੱਥੇ ਆਪਣੀ ਅਧਿਆਤਮਕ ਆਤਮਿਕ ਅਵਸਥਾ ਦਾ ਵੀ ਜ਼ਿਕਰ ਕਰਦੇ ਆ ਕਿ ਮਾਥੇ ਪੀਰ ਸਰੀਰ ਜਲਨ ਹੈ, ਕਿ ਪਰਮੇਸ਼ਰ ਵਾਹਿਗੁਰੂ ਕਰਕ ਕਰੇਜੇ ਮਾਹੀ, ਜਿਵੇਂ ਕਾਲਜੇ ਦੇ ਵਿੱਚ ਪੀੜਾਂ ਹੁੰਦੀਆਂ, ਚੋਭਾਂ ਪੈਂਦੀਆਂ, ਇੱਦਾਂ ਤੇਰੇ ਵਿਛੋੜੇ ਦੀਆਂ ਪੀੜਾਂ ਹਨ। ਕਿ ਪ੍ਰਮਾਤਮਾ ਤੇਰੇ ਨਾਲੋਂ ਜਿਹੜਾ ਵਿਛੋੜਾ ਹੈ ਨਾ, ਇਹਦੀ ਜਿਹੜੀ ਪੀੜ ਹੈ ਉਹ ਬੜੀ ਭਿਆਨਕ ਲੱਗਦੀ ਹੈ। ਤੇਰੇ ਤੋਂ ਵਿਛੋੜਾ ਜਿਹੜਾ ਉਹ ਝੱਲਿਆ ਨਹੀਂ ਜਾਂਦਾ।
ਇਸ ਕਰਕੇ ਪ੍ਰਮਾਤਮਾ ਤੇਰੇ ਤੋਂ ਵਿਛੜ ਕੇ ਇਹ ਮਾਥੇ ਕਹੀਏ ਜਿਹੜਾ ਸਾਡਾ ਅੰਤःਕਰਨ ਹੈ ਉਹਦੇ ਅੰਦਰ ਮਸਤਕ ਦੇ ਵਿੱਚ ਹੰਕਾਰ ਜਿਹੜਾ ਉਹਦੀ ਪੀੜ ਹੋ ਰਹੀ ਹੈ। ਸਰੀਰ ਦੇ ਵਿੱਚ ਜਿਹੜੀ ਦਵੈਸ਼ ਈਰਖਾ ਇਹਦੀਆਂ ਜਿਹੜੀਆਂ ਜਲਣਾ ਹਨ ਇਹਦੀ ਜਿਹੜੀ ਤਪਸ਼ ਹੈ ਉਹ ਹੋ ਰਹੀ ਹੈ। ਅਤੇ ਕਾਲਜੇ ਦੇ ਵਿੱਚ ਤੇਰੇ ਵਿਛੋੜੇ ਦੀ ਜਿਹੜੀ ਪੀੜ ਹੈ ਉਹ ਪੈਂਦੀ ਹੈ। ਐਸੀ ਵੇਦਨ ਉਪਜ ਖਰੀ ਭਈ। ਭਗਤ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਐਸੀ ਵੇਦਨ, ਵੇਦਨ ਨਾਮ ਪੀੜਾ ਦਾ ਹੈ, ਵੇਦਨਾ ਦਾ, ਕਿ ਐਸੀ ਪੀੜ ਜਿਹੜੀ ਹੈ ਉਹ ਉੱਠ ਰਹੀ ਹੈ ਵਾਕ ਔਖਦ ਨਹੀਂ। ਜਿਸ ਦਾ ਕੋਈ ਔਖਦ ਕਹੀਏ ਦਵਾਈ ਨਹੀਂ ਹੈ, ਕੋਈ ਔਸ਼ਧੀ ਨਹੀਂ ਹੈ। ਬਿਰਧ ਅਵਸਥਾ ਦੇ ਵਿੱਚ ਕਈ ਵਾਰ ਕੋਈ ਦਵਾਈ ਵੀ ਨਹੀਂ ਕੰਮ ਕਰਦੀ। ਜੀਵ ਕਹਿੰਦਾ ਮੇਰੇ ਆਹ ਦੁੱਖ ਦਾ, ਆਹ ਬਿਮਾਰੀ, ਆਹ ਪੀੜ ਹੁੰਦੀ ਹੈ, ਪਰ ਕੋਈ ਦਵਾਈ ਨਹੀਂ ਕੰਮ ਕਰਦੀ। ਭਗਤ ਜੀ ਕਹਿੰਦੇ ਜਿਹੜੀ ਹੈ ਵਿਛੋੜੇ ਦੀ ਪੀੜ ਐਸੀ ਹੈ ਇਹਦੇ ਉੱਤੇ ਵੀ ਕੋਈ ਦਵਾਈ ਜਿਹੜੀ ਹੈ ਉਹ ਅਸਰ ਨਹੀਂ ਕਰਦੀ। ਹਰਿ ਕਾ ਨਾਮ ਅੰਮ੍ਰਿਤ ਜਲ ਨਿਰਮਲ। ਭਗਤ ਜੀ ਅੱਗੇ ਬਚਨ ਕਰਦੇ ਹਨ ਇਹਦੀ ਇੱਕੋ ਹੀ ਦਵਾਈ ਹੈ, ਹਰਿ ਕਾ ਨਾਮ ਅੰਮ੍ਰਿਤ ਜਲ ਨਿਰਮਲ, ਕਿ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਹੈ ਉਹਦਾ ਜਿਹੜਾ ਅੰਮ੍ਰਿਤ ਨਾਮ, ਅੰਮ੍ਰਿਤ ਵਾਂਗੂ ਜਿਵੇਂ ਕਿਸੇ ਮੁਰਦੇ ਨੂੰ ਅੰਮ੍ਰਿਤ ਦੇ ਦਈਏ ਅਤੇ ਉਹਦੀ ਜਾਨ ਪੈ ਜਾਂਦੀ ਹੈ, ਇਸੇ ਤਰ੍ਹਾਂ ਹੀ ਜਿਹੜਾ ਕੋਈ ਆਤਮਿਕ ਅਵਸਥਾ ਵੱਲੋਂ ਅਧਿਆਤਮ ਵਾਲੇ ਪਾਸੋਂ, ਬੰਦਗੀ ਵਾਲੇ ਪਾਸੋਂ ਮਰਿਆ ਹੈ, ਉਹਨੂੰ ਜੇ ਪਰਮੇਸ਼ਰ ਦਾ ਨਾਮ ਮਿਲ ਜੇ ਅੰਮ੍ਰਿਤ ਦੀ ਨਿਆਈ, ਉਹ ਜਿਉਂਦਾ ਹੋ ਜਾਂਦਾ। ਉਹਦੇ ਅੰਦਰ ਪਰਮੇਸ਼ਰ ਦੀ ਭਗਤੀ ਕਰਨ ਦੀ ਇੱਛਾ ਜਿਹੜੀ ਹੈ ਉਹ ਪੈਦਾ ਹੋ ਜਾਂਦੀ ਹੈ। ਇਸ ਕਰਕੇ ਭਗਤ ਜੀ ਕਹਿੰਦੇ ਹਨ ਹਰਿ ਕਾ ਨਾਮ ਅੰਮ੍ਰਿਤ ਜਲ ਨਿਰਮਲ। ਜਲ ਦੀ ਨਿਆਈ ਪਵਿੱਤਰ ਹੈ ਅਤੇ ਨਿਰਮਲ ਮੈਲ ਤੋਂ ਰਹਿਤ ਹੈ ਅਤੇ ਮੈਲ ਤੋਂ ਰਹਿਤ ਕਰਨ ਵਾਲਾ ਹੈ। ਇਹੋ ਔਖਦ ਜਗ ਸਾਰਾ। ਭਗਤ ਜੀ ਕਹਿੰਦੇ ਇਹੀ ਔਸ਼ਧੀ, ਇਹੀ ਦਵਾਈ ਜਿਹੜੀ ਜਗਤ ਦੇ ਵਿੱਚ ਸਾਰਾ ਕੀ ਇਹ ਸਭ ਤੋਂ ਸ੍ਰੇਸ਼ਟ ਹੈ। ਜਦੋਂ ਕੋਈ ਦਵਾਈ ਨਹੀਂ ਕੰਮ ਕਰਦੀ ਉਦੋਂ ਇਹ ਦਵਾਈ ਅਸਰ ਕਰਦੀ। ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦੀ ਦਵਾਈ ਪਰਮੇਸ਼ਰ ਦਾ ਨਾਮ ਬਣਦਾ। ਫਿਰ ਜਦੋਂ ਕਿਤੋਂ ਜੀਵ ਕਹਿੰਦਾ ਦਵਾਈ ਨਹੀਂ ਲੱਗਦੀ, ਕੋਈ ਅਸਰ ਨਹੀਂ ਕਰਦੀ, ਉਦੋਂ ਫਿਰ ਇਹ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਇਹੀ ਜੀਵ ਦੀ ਸਹਾਇਤਾ ਕਰਦਾ ਹੈ। ਇਸ ਕਰਕੇ ਭਗਤ ਜੀ ਕਹਿ ਰਹੇ ਹਨ, ਉਪਦੇਸ਼ ਇਹ ਬਖਸ਼ਿਸ਼ ਕਰ ਰਹੇ ਹਨ ਕਿ ਚਾਹੇ ਜੀਵ ਦੀ ਸਾਰੀ ਉਮਰ ਲੰਘ ਗਈ ਹੈ, ਪਰ ਜੇ ਇਹ ਬਿਰਧ ਅਵਸਥਾ ਦੇ ਵਿੱਚ ਵੀ, ਐਸੀ ਹਾਲਤ ਦੇ ਵਿੱਚ ਵੀ ਜੇ ਉਹ ਅੰਤਰ-ਆਤਮੇ ਪਰਮੇਸ਼ਰ ਦੇ ਨਾਮ ਨੂੰ ਚਿੰਤਨ ਕਰਨ ਲੱਗ ਪਵੇ, ਫਿਰ ਵੀ ਇਹਦੀਆਂ ਇਹ ਪੀੜਾਂ, ਇਹ ਦੁੱਖ ਜਿਹੜੇ ਹਨ ਸਾਰੇ ਜੰਮਣ ਮਰਨ ਦੇ ਮਿਟ ਜਾਂਦੇ। ਕਿਉਂਕਿ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਸਤੇ ਕੋਈ ਬਹੁਤੀ ਲੰਮੀ ਉਮਰ ਦੀ ਲੋੜ ਨਹੀਂ, ਕਿ ਜੇ ਕਿਸੇ ਨੇ ਇੰਨੇ ਸਾਲ ਜਪਿਆ ਤਾਂ ਫਿਰ ਹੀ ਉਹਦਾ ਭਲਾ ਹੋਣਾ। ਇਹ ਤਾਂ ਜੇ ਕਿਸੇ ਨੇ ਅਖੀਰਲੇ ਸਮੇਂ ਵੀ ਜਪ ਲਿਆ, ਅਖੀਰਲੇ ਸਮੇਂ ਵੀ ਸੱਚੇ ਮਨੋਂ ਹੋ ਕੇ ਜੁੜ ਪਿਆ। ਜਿਵੇਂ ਸਿਆਣੇ ਉਦਾਹਰਣ ਦਿੰਦੇ ਹੈ ਵੀ ਖੂਹ ਦੇ ਵਿੱਚ ਰੱਸਾ ਬੰਨ੍ਹ ਕੇ ਬਾਲਟੀ ਸੁੱਟੀਏ ਪਾਣੀ ਨੂੰ ਭਰਨ ਵਾਸਤੇ, ਅਤੇ ਬਾਹਰ ਗਿੱਠਕ ਦੀ ਰੱਸੀ ਹੱਥ 'ਚ ਰਹਿ ਜਾਂਦੀ ਹੈ, ਬਾਕੀ ਸਾਰੀ ਰੱਸੀ ਬਾਲਟੀ ਖੂਹ ਦੇ ਵਿੱਚ ਹੈ। ਅਤੇ ਜੇ ਉਹ ਗਿੱਠਕ ਦੀ ਰੱਸੀ ਵੀ ਹੱਥੋਂ ਛੁੱਟ ਜਾਏ ਫਿਰ ਨਾ ਬਾਲਟੀ ਨਿਕਲਦੀ ਹੈ, ਨਾ ਪਾਣੀ ਨਿਕਲਦਾ, ਨਾ ਰੱਸਾ ਨਿਕਲਦਾ। ਅਤੇ ਜੇ ਉਹ ਗਿੱਠਕ ਦੀ ਰੱਸੀ ਹੱਥ 'ਚ ਹੈ ਫਿਰ ਪਾਣੀ ਦੀ ਬਾਲਟੀ ਭਰੀ ਵੀ ਬਾਹਰ ਆ ਜਾਂਦੀ ਹੈ, ਬਾਲਟੀ ਤੇ ਨਾਲ ਰੱਸਾ ਸਭ ਕੁਝ ਹੀ ਬਚ ਜਾਂਦਾ। ਇਸੇ ਤਰ੍ਹਾਂ ਹੀ ਵੀ ਉਦਾਹਰਣ ਇਹ ਦਿੱਤੀ ਜਾਂਦੀ ਹੈ ਵੀ ਜੇ ਉਮਰ ਲੰਘ ਗਈ ਹੈ, ਅਖੀਰਲੇ ਸਮੇਂ ਵੀ ਕੋਈ ਪਰਮੇਸ਼ਰ ਦਾ ਚਿੰਤਨ ਕਰਨ ਲੱਗ ਪਵੇ, ਇੱਧਰਲੇ ਪਾਸੇ ਜੁੜ ਜਾਵੇ, ਸੁਰਤ ਇੱਧਰ ਨੂੰ ਮੁੜ ਆਵੇ, ਅਤੇ ਫਿਰ ਵੀ ਭਗਤ ਜੀ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਐਸਾ ਬਲੀ ਹੈ, ਐਸਾ ਉਹ ਮਹੱਤਮ ਰੱਖਣ ਵਾਲਾ ਹੈ, ਜਿਸ ਨੇ ਜਪ ਲਿਆ ਇਹ ਸਭ ਤੋਂ ਔਖਦ ਜਗ ਸਾਰਾ। ਸਾਰੇ ਜਗਤ ਦੇ ਵਿੱਚ ਸਭ ਤੋਂ ਸ਼੍ਰੋਮਣੀ ਦਵਾਈ ਇਹ ਪਰਮੇਸ਼ਰ ਦਾ ਨਾਮ ਹੀ ਹੈ। ਗੁਰ ਪ੍ਰਸਾਦ ਕਹਿ ਜਨ ਭੀਖਣਾ। ਭਗਤ ਭੀਖਣ ਜੀ ਕਹਿੰਦੇ ਅਸੀਂ ਗੁਰੂ ਦੇ ਪ੍ਰਸਾਦ ਕਿਰਪਾ ਦੁਆਰਾ ਇਹ ਬਚਨ ਕਹਿੰਦੇ ਹਾਂ। ਪਾਵੋ ਮੋਖ ਦੁਆਰਾ, ਕਿ ਉਹਨੂੰ ਪਾਵੋ ਮੋਖ, ਮੁਕਤੀ ਦਾ ਜਿਹੜਾ ਦਰਵਾਜ਼ਾ ਗਿਆਨ ਹੈ ਉਹਦੀ ਪ੍ਰਾਪਤੀ ਹੋ ਜਾਏਗੀ। ਭਾਵ ਕਿ ਉਹ ਜੰਮਣ ਮਰਨ ਵਿੱਚ ਨਹੀਂ ਰਹੇਗਾ,
ਭਗਤ ਭੀਖਨ ਜੀ ਕਹਿੰਦੇ ਅਸੀਂ ਗੁਰੂ ਦੇ ਆਸਰੇ ਦੁਆਰਾ ਇਹ ਬਚਨ ਕਹਿੰਦੇ ਆ ਕਿ ਜਿਹੜਾ ਨਾਮ ਜਪਣ ਲੱਗ ਪਿਆ ਉਹ ਮੁਕਤੀ ਦੇ ਦਰਵਾਜ਼ੇ ਨੂੰ, ਗਿਆਨ ਨੂੰ ਪ੍ਰਾਪਤ ਕਰ ਲਏਗਾ। ਫਿਰ ਉਹ ਇਹ ਜੰਮਣ ਮਰਨ ਦੇ ਦੁੱਖ ਤੋਂ ਛੁੱਟ ਜਾਏਗਾ। ਐਸਾ ਨਾਮ ਰਤਨ ਨਿਰਮੋਲਕ। ਅਗਲੇ ਸ਼ਬਦ ਦੇ ਅੰਦਰ ਭਗਤ ਭੀਖਨ ਜੀ ਨਾਮ ਦਾ ਮਹੱਤਮ ਦੱਸਦੇ ਹੈ ਕਿ ਨਾਮ ਦੀ ਕਿਤਨੀ ਕੁ ਮਹਿਮਾ ਹੈ। ਭਗਤ ਭੀਖਨ ਜੀ ਕਹਿੰਦੇ ਐਸਾ ਨਾਮ ਰਤਨ ਨਿਰਮੋਲਕ। ਜਿਵੇਂ ਰਤਨ ਹੁੰਦੇ ਹੈ, ਜਿਹੜੇ ਰਤਨ ਹਨ ਉਹ ਬੜੇ ਕੀਮਤੀ ਮੰਨੇ ਹੈ, ਪਰ ਉਹ ਰਤਨ ਦੇ ਕੇ ਬਦਲੇ 'ਚ ਹੋਰ ਰਤਨ ਮਿਲ ਜਾਂਦੇ ਹੈ। ਪਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਐਸਾ ਰਤਨ ਹੈ, ਐਸਾ ਨਿਰਮੋਲਕ, ਮੁੱਲ ਤੋਂ ਰਹਿਤ ਹੈ। ਪੁੰਨ ਪਦਾਰਥ ਪਾਇਆ। ਕਹਿੰਦੇ ਕਿਵੇਂ ਮਿਲਦਾ ਹੈ? ਪੁੰਨ ਪਦਾਰਥ ਪਾਇਆ। ਇਹ ਪੂਰਬਲੇ ਕੀਤੇ ਹੋਏ ਜਿਹੜੇ ਪੁੰਨ ਰੂਪ ਕਰਮ ਹਨ ਉਹਨਾਂ ਕਰਕੇ ਇਹ ਜਨਮ ਪਦਾਰਥ, ਮਨੁੱਖਾ ਸਰੀਰ ਰੂਪੀ ਪਦਾਰਥ ਮਿਲ ਜਾਂਦਾ। ਅਤੇ ਮਨੁੱਖੀ ਜਾਮੇ ਦੇ ਅੰਦਰ ਜਿਹੜਾ ਇਸ ਨਾਮ ਦੇ ਨਾਲ ਜੁੜ ਜਾਏ, ਭਗਤੀ ਕਰਨ ਲੱਗ ਜਾਏ, ਉਹ ਐਸੇ ਅੰਮ੍ਰਿਤ ਨਾਮ ਨੂੰ ਜੋ ਨਿਰਮੋਲਕ ਹੈ, ਮੁੱਲ ਤੋਂ ਰਹਿਤ ਹੈ। ਇਹ ਦੁਨਿਆਵੀ ਮਾਇਆ ਦੇ ਨਾਲ, ਸੰਸਾਰੀ ਮਾਇਆ ਦੇ ਨਾਲ ਨਾਮ ਨਹੀਂ ਖਰੀਦਿਆ ਜਾਂਦਾ। ਬਾਕੀ ਸਭ ਚੀਜ਼ਾਂ ਜੀਵ ਖਰੀਦ ਸਕਦਾ, ਪਰ ਪਰਮੇਸ਼ਰ ਦਾ ਨਾਮ ਨਹੀਂ ਖਰੀਦਿਆ ਜਾਂਦਾ। ਜਿਵੇਂ ਭਗਤ ਕਬੀਰ ਜੀ ਦੇ ਬਚਨ ਆਉਂਦੇ ਹਨ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਿ ਰਾਜਾ ਕੋਈ ਆਇਆ ਸੀ, ਕਹਿੰਦਾ ਸੀ ਵੀ ਮੇਰੇ ਤੋਂ ਸੋਨਾ ਚਾਂਦੀ ਲੈ ਲਓ, ਮਾਇਆ ਲੈ ਲਓ ਅਤੇ ਨਾਮ ਦੇ ਦਿਓ। ਭਗਤ ਜੀ ਕਹਿੰਦੇ ਇਹ ਚੀਜ਼ਾਂ ਨਾਲ ਨਾਮ ਨਹੀਂ ਮਿਲਦਾ, ਮਨ ਦੇਣਾ ਪੈਣਾ। ਤੂੰ ਆਪਣਾ ਮਨ ਭੇਟਾ ਕਰ ਦੇ, ਮਨ ਦੀਆਂ ਮਰਜ਼ੀਆਂ ਛੱਡ ਦੇ ਅਤੇ ਨਾਮ ਤੈਨੂੰ ਮਿਲ ਜਾਏਗਾ। ਇਸ ਕਰਕੇ ਭਗਤ ਭੀਖਨ ਜੀ ਕਹਿੰਦੇ ਹਨ ਕਿ ਪੂਰਬਲੇ ਪੁੰਨਾਂ ਕਰਕੇ ਮਨੁੱਖੀ ਸਰੀਰ ਰੂਪੀ ਪਦਾਰਥ ਮਿਲਦਾ ਹੈ। ਇਹਦੇ ਦੁਆਰਾ ਗੁਰੂ ਵਾਲੇ ਬਣ ਕੇ ਜਦੋਂ ਕੋਈ ਉਪਦੇਸ਼ ਨੂੰ ਗ੍ਰਹਿਣ ਕਰਦਾ ਹੈ, ਫਿਰ ਇਸ ਅੰਮ੍ਰਿਤ ਨਾਮ ਦੀ, ਨਿਰਮੋਲਕ ਨਾਮ ਦੀ ਜੀਵ ਨੂੰ ਪ੍ਰਾਪਤੀ ਹੁੰਦੀ ਹੈ। ਅਨੇਕ ਯਤਨ ਕਰ ਹਿਰਦੈ ਰਾਖਿਆ। ਭਗਤ ਜੀ ਕਹਿੰਦੇ ਐਸਾ ਨਾਮ ਹੈ ਜਿਹੜਾ ਕੋਈ ਜਪਣ ਵਾਲਾ ਹੈ ਉਹ ਅਨੇਕਾਂ ਯਤਨ ਕਰਕੇ ਆਪਣੇ ਹਿਰਦੇ ਦੇ ਵਿੱਚ ਇਸ ਨੂੰ ਛੁਪਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਰਤਨ ਨਾ ਛਪੈ ਛਪਾਇਆ। ਪਰ ਭਗਤ ਜੀ ਕਹਿੰਦੇ ਐਸਾ ਰਤਨ ਹੈ ਛਪਾਇਆ ਛੁਪਦਾ ਨਹੀਂ ਹੈ। ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਜਿਵੇਂ ਹਰੀ ਪ੍ਰਮਾਤਮਾ ਦਾ ਭਗਤ ਜਿਹੜਾ ਨਾ ਕਿੰਨਾ ਲੁਕ ਜਾਏ, ਉਹ ਲੁਕਿਆ ਨਹੀਂ ਰਹਿੰਦਾ, ਉਹ ਪ੍ਰਗਟ ਹੋ ਜਾਂਦਾ। ਕਿਉਂਕਿ ਪਰਮੇਸ਼ਰ ਦਾ ਨਾਮ ਇੱਕ ਐਸਾ ਰਤਨਾਂ ਤੋਂ ਹੀ ਵੱਧ ਕੇ ਹੈ ਵੀ ਉਹਦੀ ਚਮਕ ਹੀ ਐਸੀ ਹੈ, ਬੰਦਗੀ ਵਾਲਾ, ਕਮਾਈ ਵਾਲਾ ਲੁਕਣ ਦਾ ਯਤਨ ਕਰਦਾ ਹੈ। ਇਹ ਸੰਸਾਰ ਜਿਹੜਾ, ਇਹਨੂੰ ਕਦਰ ਨਹੀਂ ਇਸ ਚੀਜ਼ ਦੀ, ਇਸ ਕਰਕੇ ਸਭ ਕੁਝ ਗਵਾ ਲਾਂਗੇ, ਉਹ ਲੁਕਦਾ। ਪਰ ਉਹ ਪਰਮੇਸ਼ਰ ਦਾ ਨਾਮ ਐਸਾ ਅਮੋਲਕ ਹੈ, ਐਸਾ ਰਤਨਾਂ ਦੀ ਨਿਆਈ ਪ੍ਰਕਾਸ਼ਨ ਵਾਲਾ ਵੀ ਉਹ ਲੁਕਣ ਨਹੀਂ ਦਿੰਦਾ। ਭਗਤ ਪ੍ਰਗਟ ਹੋ ਹੀ ਜਾਂਦੇ, ਨਹੀਂ ਲੁਕ ਸਕਦੇ। ਜਿਵੇਂ ਭਾਈ ਗੁਰਦਾਸ ਜੀ ਨੇ ਉਦਾਹਰਣ ਦਿੱਤੀ ਹੈ ਕਿ ਜਿਵੇਂ ਗੁੜ ਹੁੰਦਾ ਅਤੇ ਗੁੜ ਨੂੰ ਜਿਹੜਾ ਕੋਈ ਲੁਕਾ ਕੇ ਰੱਖਣ ਵਾਲਾ ਕਿੰਨਾ ਹੀ ਲੁਕਾ ਲਏ, ਕਿੰਨਾ ਹੀ ਉਹਨੂੰ ਡੂੰਘੇ ਥਾਂ ਰੱਖ ਲਏ, ਕਿੰਨਾ ਹੀ ਉਹਦੇ 'ਤੇ ਆਪਣਾ ਸਾਰਾ ਜ਼ੋਰ ਲਾ ਦੇ ਵੀ ਪਤਾ ਨਾ ਲੱਗੇ ਕਿਸੇ ਨੂੰ, ਪਰ ਜਿਹੜੇ ਕੀੜੇ ਆ ਉਹ ਗੁੜ ਤੱਕ ਪਹੁੰਚ ਜਾਂਦੇ ਹੈ। ਜਾਏ ਲਹਿਨ ਗੁੜ ਕੀੜਿਆਂ, ਰੱਖਣ ਹਾਰਾ ਰੱਖੈ ਛਪਾਈ। ਜਿਹੜਾ ਕੀੜੇ ਆ ਉਹ ਗੁੜ ਤੱਕ ਪਹੁੰਚ ਜਾਂਦੇ ਹੈ। ਇਸੇ ਤਰ੍ਹਾਂ ਹੀ ਜਿਹੜੇ ਜਗਿਆਸੂ ਹਨ, ਜਿਹੜੇ ਨਾਮ ਦੇ ਰਸੀਏ ਹਨ, ਅਧਿਆਤਮਕ ਪੱਖ 'ਤੇ ਚੱਲੇ ਹੈ, ਉਹ ਐਸੇ ਜਿਹੜੇ ਕੋਈ ਬੰਦਗੀ ਵਾਲੇ ਮਹਾਂਪੁਰਸ਼ ਹਨ, ਕਮਾਈਆਂ ਵਾਲੇ, ਉਹਨਾਂ ਤੱਕ ਪਹੁੰਚ ਜਾਂਦੇ, ਉਹਨਾਂ ਨੂੰ ਲੱਭ ਹੀ ਲੈਂਦੇ। ਇਸ ਕਰਕੇ ਭਗਤ ਜੀ ਕਹਿੰਦੇ ਹਨ ਕਿ ਰਤਨ ਨਾ ਛਪੈ ਛਪਾਇਆ। ਇਹ ਐਸਾ ਨਿਰਮੋਲਕ ਰਤਨ ਹੈ, ਇਹ ਛਪਾਇਆ ਹੋਇਆ ਛੁਪਦਾ ਨਹੀਂ ਹੈ। ਹਰ ਗੁਣ ਕਹਤੇ ਕਹਿ ਨਾ ਜਾਈ। ਭਗਤ ਜੀ ਕਹਿੰਦੇ ਹਨ ਕਿ ਹਰੀ ਪਰਮੇਸ਼ਰ ਦੇ ਗੁਣ ਕਹੀਏ ਆਪਾਂ ਆਪਣੀ ਜ਼ਬਾਨ ਦੁਆਰਾ, ਪਰ ਕਹਿਣ ਨਾ ਜਾਈ। ਪੂਰਨ ਰੂਪ ਦੇ ਵਿੱਚ ਕਹੇ ਨਹੀਂ ਜਾ ਸਕਦੇ। ਜਿੰਨਾ ਆਪਾਂ ਕਥਨ ਕਰਦੇ ਹਾਂ ਉਦੋਂ ਵੱਧ ਕੇ ਉਹ ਪਰਮੇਸ਼ਰ ਦੇ ਗੁਣ ਹਨ। ਹਰੀ ਪ੍ਰਮਾਤਮਾ ਦੇ ਗੁਣ ਕਿੰਨਿਆਂ ਭਗਤਾਂ ਨੇ ਗਾਏ, ਸੰਤਾਂ, ਰਿਸ਼ੀਆਂ, ਮੁਨੀਆਂ,
ਭਗਤ ਕਬੀਰ ਸਾਹਿਬ ਜੀ ਨੇ ਤੇ ਇੱਥੋਂ ਤੱਕ ਬਚਨ ਕਹਿ ਦਿੱਤੇ ਕਿ ਕਬੀਰ ਸਾਤ ਸਮੁੰਦ ਹੈ ਮਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਦ ਜਿਉ ਕਰੋ ਹਰ ਜਸ ਲਿਖਣ ਨਾ ਜਾਏ। ਕਿ ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਕੇ, ਧਰਤੀ ਕਾਗਜ਼ ਬਣਾ ਕੇ, ਇਸੇ ਤਰ੍ਹਾਂ ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਕੇ ਜਸ ਲਿਖੀਏ, ਫਿਰ ਵੀ ਉਹ ਪਰਮੇਸ਼ਰ ਦਾ ਲਿਖਿਆ ਨਹੀਂ ਜਾਂਦਾ। ਇਸ ਕਰਕੇ ਭਗਤ ਭੀਖਨ ਜੀ ਕਹਿੰਦੇ ਹਨ ਕਿ ਹਰ ਗੁਣ ਕਹਤੇ, ਹਰੀ ਪ੍ਰਮਾਤਮਾ ਦੇ ਗੁਣ ਤੇ ਕਹਿੰਦੇ ਹਾਂ ਪਰ ਕਹਿਣ ਨਾ ਜਾਈ। ਪੂਰਨ ਰੂਪ ਦੇ ਵਿੱਚ ਕਿਸੇ ਤੋਂ ਵੀ ਕਹੇ ਨਹੀਂ ਜਾਂਦੇ, ਬੇਅੰਤ ਹਨ। ਜੈਸੇ ਗੂੰਗੇ ਕੀ ਮਠਿਆਈ। ਇਹੀ ਕਿਹਾ ਜਾਂਦਾ ਹੈ ਵੀ ਜਿਵੇਂ ਗੂੰਗੇ ਦੀ ਮਠਿਆਈ ਖਾਧੀ ਹੋਵੇ। ਜਿਹੜਾ ਬੋਲ ਨਹੀਂ ਸਕਦਾ ਉਦੋਂ ਇਹ ਮਠਿਆਈ ਖਾ ਲਈ ਅਤੇ ਉਹਨੂੰ ਪੁੱਛੀ ਜਾਓ ਵੀ ਦੱਸ ਇਹਦਾ ਕਿੰਨਾ ਕੁ ਸਵਾਦ ਹੈ, ਉਹ ਨਹੀਂ ਦੱਸ ਸਕਦਾ। ਗੂੰਗੇ ਦੀ ਮਠਿਆਈ ਵਾਂਗ ਪਰਮੇਸ਼ਰ ਦੀ ਭਗਤੀ ਹੈ। ਜਿਹਨੇ ਕਰ ਲਈ ਉਹਦੀ ਚਾਲ ਚੱਲਣਾ ਤੋਂ, ਉਹਦੀ ਕਿਰਿਆ ਤੋਂ ਤੇ ਉਹਦਾ ਪਤਾ ਚੱਲ ਜਾਂਦਾ ਵੀ ਇਹਦੇ ਅੰਦਰ ਕੋਈ ਗੱਲ ਹੈ। ਪਰ ਉਹ ਆਪਣੀ ਰਸਨਾ ਤੋਂ, ਜ਼ਬਾਨ ਤੋਂ ਕਦੇ ਨਹੀਂ ਬਿਆਨ ਕਰ ਸਕਦਾ ਵੀ ਉਹ ਪਰਮੇਸ਼ਰ ਦੀ ਭਗਤੀ ਮੈਂ ਐਂ ਕੀਤੀ ਹੈ, ਮੈਂ ਇੱਦਾਂ ਕੀਤੀ ਹੈ। ਦੱਸ ਹੀ ਨਹੀਂ ਸਕਦਾ। ਇਹ ਗੂੰਗੇ ਦੇ ਗੁੜ ਖਾਣ ਵਾਂਗ ਹੈ। ਰਹਾਉ ਰਸਨਾ ਰਮਤ ਸੁਨਤ ਸੁਖ ਸਰਵਨਾ। ਹੁਣ ਭਗਤ ਜੀ ਅੱਗੇ ਬਚਨ ਕਰਦੇ ਆ ਕਿ ਨਾਮ ਕਿਵੇਂ ਜਪੀਏ। ਜਿਵੇਂ ਆਮ ਸਿੱਖਾਂ ਦਾ ਸਵਾਲ ਹੈ ਕਿ ਨਾਮ ਜਪਣ ਦੀ ਜੁਗਤੀ ਲੈ ਲਈਏ, ਕਿਸੇ ਸਾਧੂ ਮਹਾਤਮਾ ਤੋਂ ਲੈ ਲਈਏ ਜੁਗਤੀ ਕਿਵੇਂ ਜਪਿਆ ਜਾਂਦਾ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਜੁਗਤੀਆਂ ਦੇ ਨਾਲ ਹੀ ਭਰੀ ਹੈ। ਇਹਦੇ ਵਿੱਚ ਸਾਰੇ ਰਾਹ ਹਨ, ਸਾਰੇ ਢੰਗ ਤਰੀਕੇ ਦੱਸੇ ਹੈ ਵੀ ਕਿਵੇਂ ਨਾਮ ਜਪਣਾ ਹੈ। ਤਾਂ ਭਗਤ ਭੀਖਨ ਜੀ ਬਚਨ ਕਰਦੇ ਹਨ ਕਿ ਰਸਨਾ ਰਮਤ, ਜਿਹੜੀ ਆਪਣੀ ਜ਼ਬਾਨ ਹੈ, ਰਸਨਾ ਹੈ, ਇਹਨੂੰ ਪੂਰੇ ਪ੍ਰੇਮ ਦੇ ਨਾਲ, ਜਿਵੇਂ ਆਪਾਂ ਆਪਣੀ ਜ਼ਬਾਨ ਤੋਂ ਜਦੋਂ ਕਿਸੇ ਵੱਡੇ ਦਾ ਨਾਂ ਲੈਂਦੇ ਹੈ, ਕਿੱਡੇ ਸਤਿਕਾਰ ਨਾਲ ਉਹਨੂੰ ਬੋਲਦੇ ਹੈ ਵੀ ਉਹਦਾ ਕਿਤੇ ਨਰਾਦਰ ਨਾ ਹੋ ਜਾਏ। ਆਪਣੇ ਜ਼ਬਾਨ ਤੋਂ ਬੜੇ ਸਤਿਕਾਰ ਦੇ ਸਹਿਤ ਉਹਦਾ ਨਾਮ ਲੈਂਦੇ ਹੈ। ਇੱਦਾਂ ਹੀ ਭਗਤ ਜੀ ਕਹਿੰਦੇ ਆਪਣੀ ਰਸਨਾ ਤੋਂ ਸ਼ਰਧਾ ਅਤੇ ਭਾਵਨਾ ਦੇ ਨਾਲ ਨਾਮ ਨੂੰ ਉਚਾਰਨ ਕਰਨਾ। ਫਿਰ ਸੁਨਤ ਸੁਖ ਸਰਵਨਾ, ਆਪਣੇ ਜਿਹੜੇ ਕੰਨ ਹਨ ਉਹਨਾਂ ਦੁਆਰਾ ਸੁਣਨਾ, ਰਸਨਾ ਦੁਆਰਾ ਬੋਲ ਕੇ ਤੇ ਕੰਨਾਂ ਦੁਆਰਾ ਸੁਣਨਾ, ਸ਼ਰਧਾ ਅਤੇ ਭਾਵਨਾ ਨਾਲ ਫਿਰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਚਿਤ ਚੇਤੇ ਸੁਖ ਹੋਈ। ਜਾਂ ਅਗਲਾ ਢੰਗ ਤਰੀਕਾ ਇਹ ਹੈ ਵੀ ਚਿੱਤ ਚੇਤੇ ਸੁਖ ਹੋਈ। ਵੀ ਜੀ ਜਿਹੜਾ ਆਪਣਾ ਚਿੱਤ ਹੈ, ਜਿਹੜਾ ਚਿਤਵਣੀਆਂ ਕਰਦਾ ਹੈ, ਜ਼ਬਾਨ ਆਪਣੀ ਨਹੀਂ ਬੋਲਦੀ, ਸਰੀਰ ਦੀ ਹਰਕਤ ਕੋਈ ਨਹੀਂ ਹੋ ਰਹੀ, ਪਰ ਅੰਦਰੋਂ ਚਿੱਤ ਜਿਹੜਾ ਉਹ ਕਦੇ ਕਿਸੇ ਚਿਤਵਣੀ ਦੇ ਵਿੱਚ ਹੈ, ਕਦੇ ਕਿਸੇ ਫੁਰਨੇ ਦੇ ਵਿੱਚ ਤੁਰਿਆ ਫਿਰਦਾ, ਕਦੇ ਕਿੱਧਰ ਤੁਰਿਆ ਫਿਰਦਾ। ਉਹ ਮਨ ਦੇ ਹੀ ਰੂਪ ਹਨ। ਮਨ ਕਹਿ ਲਓ, ਚਿੱਤ ਕਹਿ ਲਓ। ਜਦੋਂ ਚਿਤਵਣੀਆਂ ਕਰਦਾ ਉਹਦਾ ਨਾਮ ਚਿੱਤ ਪੈ ਜਾਂਦਾ, ਜਦੋਂ ਸੰਕਲਪ ਉੱਠਦੇ ਉਹਦਾ ਨਾਮ ਮਨ ਪੈ ਜਾਂਦਾ, ਜਦੋਂ ਉਹਦੇ 'ਤੇ ਨਿਰਣਾ ਕਰਦਾ ਉਹਦਾ ਨਾਮ ਬੁੱਧੀ ਪੈ ਜਾਂਦਾ, ਜਦੋਂ ਕੀਤੇ ਕਰਮ ਦਾ ਹੰਕਾਰ ਕਰਦਾ ਉਹ ਅਹੰ ਭਾਵ ਹੋ ਜਾਂਦਾ। ਵੀ ਚਿੱਤ ਚੇਤੇ ਸੁਖ ਹੋਈ, ਜਿਹੜਾ ਉਹ ਅੰਦਰਲਾ ਚਿੱਤ ਹੈ ਨਾ, ਉਹਦੇ ਨਾਲ ਚੇਤੇ ਕਰ ਕਰਕੇ ਕਿ ਬੈਠਿਆਂ ਹੋਇਆਂ, ਤੁਰਦਿਆਂ ਫਿਰਦਿਆਂ ਆਪਣੇ ਚਿੱਤ ਨੂੰ ਪਰਮੇਸ਼ਰ ਦੇ ਨਾਮ 'ਚ ਜੋੜੀ ਰੱਖਣਾ। ਕੰਮਕਾਰ ਕਰਦਾ ਜੀਵ ਪਰ ਅੰਦਰੋਂ ਚਿੱਤ ਜਿਹੜਾ ਹੈ ਉਹ ਨਾਮ ਦੇ ਵਿੱਚ ਜੁੜਿਆ, ਅੰਦਰੋਂ ਵਾਹਿਗੁਰੂ ਵਾਹਿਗੁਰੂ ਇੱਧਰ ਚਿੱਤ ਜੋੜ ਰੱਖਿਆ। ਇਹ ਵੀ ਢੰਗ ਹੈ ਕਿ ਜਦੋਂ ਇਹ ਪਹਿਲਾਂ ਰਸਨਾ ਤੋਂ ਜੀਵ ਜਪਣਾ ਸ਼ੁਰੂ ਕਰਦਾ, ਰਸਨਾ ਤੋਂ ਜਪ ਕੇ ਬੋਲ ਕੇ ਕੰਨਾਂ ਨਾਲ ਸੁਣਦਾ, ਫਿਰ ਉਹ ਚਿੱਤ ਤੱਕ ਜਾਂਦਾ, ਫਿਰ ਉਹ ਚਿੱਤ ਦੀ ਚਿਤਵਨੀ ਜਿਹੜੀ ਹੈ ਉਹ ਨਾਮ ਰੂਪ ਬਣ ਜਾਂਦੀ ਹੈ। ਚਿੱਤ ਚੇਤੇ ਸੁਖ ਹੋਈ। ਫਿਰ ਆਪਣੇ ਚਿੱਤ ਦੁਆਰਾ ਹੀ ਪਰਮੇਸ਼ਰ ਦੇ ਨਾਮ ਦਾ ਚਿੰਤਨ ਕਰਦਾ ਹੈ ਅਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਕਹੋ ਭੀਖਨ ਦੋਏ ਨੈਣ ਸੰਤੋਖੇ। ਭਗਤ ਭੀਖਨ ਜੀ ਕਹਿੰਦੇ ਹਨ ਕਿ ਇੱਦਾਂ ਨਾਮ ਜਪਣ ਦੇ ਨਾਲ, ਅਭਿਆਸ ਕਰਨ ਦੇ ਨਾਲ ਦੋਏ ਨੈਣ ਸੰਤੋਖੇ, ਜਿਹੜੇ ਦੋਵੇਂ ਨੇਤਰ ਹਨ, ਅੱਖਾਂ ਹਨ, ਉਹ ਸੰਤੋਖ 'ਚ ਆ ਜਾਂਦੀਆਂ, ਭਾਵ ਕਿ ਰੱਜ ਜਾਂਦੀਆਂ। ਜਿਹੜੀਆਂ ਅੱਖਾਂ ਇਹ ਸੰਸਾਰ ਦੇ ਤਮਾਸ਼ੇ ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ,
ਭਾਈ ਗੁਰਦਾਸ ਜੀ ਨੇ ਬਚਨ ਲਿਖੇ ਕਿ ਅੱਖਾਂ ਰੱਜਦੀਆਂ ਹੀ ਨਹੀਂ ਸੰਸਾਰ ਦੇ ਤਮਾਸ਼ੇ ਵੇਖ ਵੇਖ ਕੇ। ਬੜੇ ਜੀਵ ਰੰਗ ਵੇਖਦਾ, ਬੜੇ ਤਮਾਸ਼ੇ ਵੇਖਦਾ, ਪਰ ਕਦੇ ਨਹੀਂ ਅੱਖਾਂ ਥੱਕਦੀਆਂ। ਉਹ ਜਿਹੜੀਆਂ ਅੱਖਾਂ ਹਨ ਉਹ ਪਰਮੇਸ਼ਰ ਦਾ ਜਦੋਂ ਨਾਮ ਜਪਿਆ, ਚਿੰਤਨ ਕੀਤਾ, ਸੰਤੋਖੀ ਬਣ ਗਈਆਂ। ਉਹ ਇਹ ਸੰਸਾਰ ਦੇ ਤਮਾਸ਼ੇ ਵੇਖਣੋਂ, ਸੰਸਾਰ ਦੀ ਜਿਹੜੀ ਰੂਪ ਰੰਗ ਹੈ ਇਹਦੇ ਵੇਖਣ ਵੱਲੋਂ ਤ੍ਰਿਪਤ ਹੋ ਗਈਆਂ। ਕਹੋ ਭੀਖਣ ਦੋਏ ਨੈਣ ਸੰਤੋਖੇ, ਕਿ ਜਿਹੜੇ ਦੋਵੇਂ ਨੇਤਰ ਹਨ ਇਹ ਸੰਤੋਖ ਦੇ ਸਹਿਤ ਹੋ ਗਏ। ਭਾਵ ਕਿ ਅੱਖਾਂ ਦੁਆਰਾ ਜੀਵ ਦੀ ਬਿਰਤੀ ਜਿਹੜੀ ਸੰਸਾਰ ਵੱਲ ਵੱਧ ਜਾਂਦੀ ਹੈ। ਜਦੋਂ ਅੱਖਾਂ ਦਾ ਵੇਖਣਾ ਸੰਤੋਖ ਸਹਿਤ ਹੋ ਗਿਆ, ਅੱਖਾਂ ਦੀ ਨਿਗਾਹ ਜਿਹੜੀ, ਜਿਵੇਂ ਕਹਿੰਦੇ ਨੇ ਇਹਦੀ ਨਿਗਾਹ ਠੀਕ ਨਹੀਂ ਹੈ, ਇਹਦਾ ਵੇਖਣਾ ਠੀਕ ਨਹੀਂ ਹੈ। ਉਹ ਨਹੀਂ ਵੇਖਣਾ ਠੀਕ ਤੋਂ ਭਾਵ ਹੈ ਕਿ ਉਹਦੇ ਅੰਦਰ ਦੀ ਜਿਹੜੀ ਭਾਵਨਾ ਉਹ ਸਹੀ ਨਹੀਂ ਹੈ। ਇਸ ਕਰਕੇ ਭਗਤ ਭੀਖਣ ਜੀ ਕਹਿੰਦੇ ਜਦੋਂ ਇਹ ਦੋਵੇਂ ਨੇਤਰ ਸੰਤੋਖ ਸਹਿਤ ਹੋ ਗਏ, ਨਿਗਾਹ ਜਿਹੜੀ ਸਹੀ ਹੋ ਗਈ, ਪਰਮੇਸ਼ਰ ਦਾ ਨਾਮ ਜਪ ਕੇ ਸੰਸਾਰ ਦੇ ਰੂਪ ਰੰਗ ਵੱਲੋਂ ਤ੍ਰਿਪਤ ਹੋ ਗਈਆਂ। ਜਹ ਦੇਖਾਂ ਤਹ ਸੋਈ। ਭਗਤ ਭੀਖਣ ਜੀ ਕਹਿੰਦੇ ਫਿਰ ਜਹ ਦੇਖਾਂ ਤਹ ਸੋਈ, ਫਿਰ ਜਿੱਧਰ ਵੀ ਦੇਖਦੇ ਆ ਉੱਥੇ ਉਹੀ ਪਰਮੇਸ਼ਰ ਵਾਹਿਗੁਰੂ ਦਿਸਦਾ ਹੈ। ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਦਿਸਦਾ। ਸਭ ਦੇ ਵਿੱਚ ਹੀ ਉਹ ਪਰਮੇਸ਼ਰ ਵਾਹਿਗੁਰੂ ਦੀ ਹੀ ਸੱਤਾ, ਉਸੇ ਦਾ ਹੀ ਰੂਪ ਸਭ ਥਾਵਾਂ 'ਤੇ ਦਿਸਦਾ ਹੈ। ਜਿਹੜਾ ਜੀਵ ਨਾਮ ਦਾ ਅਭਿਆਸ ਕਰਦਾ ਹੈ, ਨਾਮ ਦੀ ਕਮਾਈ ਕਰਦਾ ਹੈ, ਕਿਉਂਕਿ ਸਭ ਤੋਂ ਉੱਤਮ ਸਾਧਨ ਇਹ ਨਾਮ ਹੀ ਹੈ। ਨਾਮ ਦੁਆਰਾ ਹੀ ਜੀਵ ਨੂੰ ਸਭ ਇਹਨਾਂ ਦਾਤਾਂ ਬਰਕਤਾਂ ਦੀ ਪ੍ਰਾਪਤੀ ਹੁੰਦੀ ਹੈ। ਚਾਹੇ ਉਹ ਰਸਨਾ ਨਾਲ ਜਪ ਕੇ ਕਰ ਲਵੇ, ਚਾਹੇ ਉਹ ਜੇ ਅਭਿਆਸ ਜ਼ਿਆਦਾ ਹੈ ਤੇ ਚਿੱਤ ਦੀ ਚਿਤਵਨੀ ਨਾਲ ਕਰ ਲਵੇ। ਇਹਨਾਂ ਦੁਆਰਾ ਹੀ ਅਸਲੀ ਸੁੱਖ ਦੀ ਪ੍ਰਾਪਤੀ ਜੀਵ ਨੂੰ ਹੁੰਦੀ ਹੈ। ਇਸ ਪ੍ਰਕਾਰ ਭਗਤ ਭੀਖਣ ਜੀ ਦੇ 2 ਸ਼ਬਦ ਦੇ ਸੋਰਠ ਰਾਗ ਦੇ ਅੰਦਰ ਸਤਿਗੁਰਾਂ ਨੇ ਦਰਜ ਕੀਤੇ ਹਨ। ਇਹਦੇ ਨਾਲ ਹੀ ਇਸ ਸੋਰਠ ਰਾਗ ਦੀ ਸੰਪੂਰਨਤਾ ਹੁੰਦੀ ਹੈ। ਅੱਗੇ ਧਨਾਸਰੀ ਰਾਗ ਪ੍ਰਾਰੰਭ ਹੁੰਦਾ ਹੈ। ਸੋ ਜਿਸ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਨਗੇ, ਆਉਣ ਵਾਲੇ ਸਮਿਆਂ ਅੰਦਰ ਆਪਾਂ ਉਹਨਾਂ ਸ਼ਬਦਾਂ ਦੀ, ਗੁਰੂ ਕੀ ਪਾਵਨ ਬਾਣੀ ਦੀ ਵਿਚਾਰ ਰਲ ਮਿਲ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਰਸਨਾ ਰਮਤ ਸੁਨਤ ਸੁਖ ਸ਼ਰਵਣਾ, ਚਿਤ ਚੇਤੇ ਸੁਖ ਹੋਈ। ਕਹੋ ਭੀਖਨ ਦੋਇ ਨੈਣ ਸੰਤੋਖੇ, ਜਹ ਦੇਖਾਂ ਤਹ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨਹਾਰ। ਤੂੰ ਠਾਕੁਰ